ਜਦੋਂ ਤੁਸੀਂ ਜ਼ਬਰਦਸਤੀ ਕਿਸੇ ਨੂੰ ਆਪਣੀ ਗੱਲ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਆ, ਸਾਹਮਣੇ ਵਾਲੇ ਦੀਆਂ ਗੱਲਾਂ ਉਹਦੇ ਮੂੰਹ ਚੋਂ ਖਿੱਚਣ ਲੱਗਦੇ ਆ, ਦਬਾਅ ਪਾਉਂਦੇ ਆ ਆਪਣੇ ਆਪ ਨੂੰ ਸੱਚਾ ਸਾਬਿਤ ਕਰਨ ਦੇ ਲਈ, ਉਦੋਂ ਸਾਹਮਣੇ ਵਾਲੇ ਨੂੰ ਸਾਫ਼ ਪਤਾ ਲੱਗ ਜਾਂਦਾ ਕਿ ਤੁਸੀਂ ਇੱਥੇ ਝੂਠੇ ਹੋ। ਧੱਕੇ ਨਾਲ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। थैंक यू सॉरी दो ऐसे लफ्ज़ ने ਜਿਹੜੇ कि है तो छोटे ने लेकिन साडी जिंदगी ਦੇ ਵਿੱਚ बहुत ਵੱਡੀ ਮਹੱਤਤਾ ਰੱਖਦੇ ਨੇ ਨਾ, ਤੇ ਇਸ ਨੂੰ ਕਹਿਣ ਨਾਲ ਨਾ ਕੋਈ ਛੋਟਾ ਹੁੰਦਾ ਨਾ ਕੋਈ ਵੱਡਾ। ਤੁਸੀਂ ਇਹ ਦੇਖੋ ਕਿ ਗੱਗੇ ਪੈਰ ਬਿੰਦੀ ਹੁੰਦੀ ਆ, ਗਲਤ ਹੁੰਦਾ, ਤੇ ਅਸੀਂ ਅੱਜ ਤੱਕ ਗਲਤ ਨੂੰ ਹੀ ਗਲਤ ਪ੍ਰਨਾਊਂਸ ਕਰੀ ਗਏ ਆ, ਤੇ ਆਪਣੀਆਂ ਜ਼ਿੰਦਗੀ ਦੀਆਂ ਗਲਤੀਆਂ ਮੰਨਣੀਆਂ ਕਦੋਂ ਸਿੱਖਾਂਗੇ? ਚਾਹੇ ਜ਼ਿੰਦਗੀ 'ਚ ਸਾਡੇ ਕੋਈ ਛੋਟਾ ਮਿਲੇ ਜਾਂ ਵੱਡਾ ਮਿਲੇ, ਸਿਖਾਉਣ ਵਾਲਾ ਹਮੇਸ਼ਾ ਵੱਡਾ ਹੀ ਹੁੰਦਾ। ਸੋ ਹਮੇਸ਼ਾ ਹਰ ਕਿਸੇ ਤੋਂ ਸਿੱਖਦੇ ਰਹੋ। ਕੋਈ ਵੀ ਬੰਦਾ ਜਿਹੜਾ ਹੈ ਤੁਹਾਨੂੰ ਚੰਗਾ ਹੀ ਸਿਖਾਏਗਾ। ਬੰਦੇ ਨੂੰ ਨਾ ਸਾਫ਼ ਸਮਝ ਆ ਜਾਂਦੀ ਆ ਕਿ ਸਾਹਮਣੇ ਵਾਲਾ ਤੁਹਾਨੂੰ ਤੁਹਾਡੇ ਭਲੇ ਦੇ ਲਈ ਸਿਖਾ ਰਿਹਾ ਤੇ ਤੁਹਾਡੀ ਇਨਸਲਟ ਕਰ ਰਿਹਾ। ਔਰ ਕਈ ਵਾਰੀ ਤੁਹਾਨੂੰ ਜਦੋਂ ਕੁਝ ਕੋਈ ਸਿਖਾਉਂਦਾ ਆ ਨਾ, ਸਿਖਾਉਣ ਵਾਲੇ ਦਾ ਨਾ ਫਾਇਦਾ ਹੁੰਦਾ ਨਾ ਨੁਕਸਾਨ ਹੁੰਦਾ ਆ। ਤੁਸੀਂ ਸਿੱਖ ਜਾਓਗੇ ਤਾਂ ਆਪਣੀ ਜ਼ਿੰਦਗੀ 'ਚ ਵਧੀਆ ਕਰ ਜਾਓਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਆ ਪੰਜਾਬ ਮੇਲ USA TV। ਮੈਂ ਪਰਨ ਕੌਰ ਮਾਨ, ਪ੍ਰੋਗਰਾਮ ਹਾਜ਼ਰ ਜਵਾਬ, ਤੇ ਮੈਂ ਸੁਰਭੀ ਸ਼ਰਮਾ। ਤੇ ਪਹਿਲਾਂ ਤਾਂ ਸਾਰੇ ਦਰਸ਼ਕਾਂ ਦਾ ਜੋ ਸਾਡਾ ਪ੍ਰੋਗਰਾਮ ਦੇਖਦੇ ਆ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ। ਤੇ ਜੇ ਬਾਈ ਚਾਂਸ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਕੋਈ ਗਲਤੀ ਹੋ ਜਾਂਦੀ ਹੈ ਤੇ ਉਹਦੇ ਲਈ ਸੌਰੀ। ਸੋ ਵਰੁਣ ਮੈਮ, ਥੈਂਕ ਯੂ ਤੇ ਸੌਰੀ ਹੈ ਨਾ, ਦੋ ਬੜੇ ਵੱਡੇ ਲਫ਼ਜ਼ ਨੇ ਅਸੀਂ ਕਹਿ ਸਕਦੇ ਹਾਂ, ਤੇ ਜਿਹੜੇ ਜ਼ਿੰਦਗੀ 'ਚ ਸਾਡੀ ਬੜੀ ਇੰਪੋਰਟੈਂਸ ਵੀ ਰੱਖਦੇ ਨੇ। ਕਹਿਣ ਨੂੰ ਅਸੀਂ ਥੈਂਕ ਯੂ ਹਰ ਗੱਲ 'ਤੇ ਕਹਿੰਦੇ ਰਹਿੰਦੇ ਹਾਂ, ਥੈਂਕ ਯੂ ਥੈਂਕ ਯੂ ਥੈਂਕ ਯੂ, ਤੇ ਸੌਰੀ ਵੀ ਕਹਿੰਦੇ ਰਹਿੰਦੇ। ਤੇ ਇਹਨਾਂ ਦਾ ਨਾ ਵੈਲਿਊ ਦੀ ਗੱਲ ਕਰੀਏ, ਇੱਕ ਡੈਫੀਨੇਸ਼ਨ ਦੀ ਗੱਲ ਕਰੀਏ ਤਾਂ ਉਹ ਬਹੁਤ ਵੱਡੀ ਹੈ। ਜਿਵੇਂ ਕਿ ਅਸੀਂ ਕੋਈ ਚੀਜ਼, ਸਾਡਾ ਕੋਈ ਦਿਲੋਂ ਕੰਮ ਕਰਦਾ ਨਾ, ਸਾਡੇ ਦਿਲੋਂ ਆਟੋਮੈਟਿਕ ਥੈਂਕ ਯੂ ਨਿਕਲਦਾ ਹੈ। ਤੇ ਕੁਝ ਲੋਕ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਕਿ ਨਿੱਕੀ ਨਿੱਕੀ ਗੱਲ 'ਤੇ ਥੈਂਕ ਯੂ ਕਰਦੇ, ਤੇ ਕੁਝ ਲੋਕ ਇਹੋ ਜਿਹੇ ਵੀ ਹੁੰਦੇ ਆ ਜਿਨ੍ਹਾਂ ਨੂੰ ਥੈਂਕ ਯੂ ਵਰਡ ਹੀ ਨਹੀਂ ਪਤਾ ਕੀ ਹੁੰਦਾ। ਉਹ ਕਹਿੰਦੇ ਅਸੀਂ ਕਹਿਣਾ ਹੀ ਕਿਉਂ ਹੋਇਆ ਨਾ, ਕੁਝ ਵੀ ਹੈ। ਤੇ ਕੁਝ ਲੋਕ ਉਹ ਹੁੰਦੇ ਨੇ ਜਿਹੜੀ ਛੋਟੀ ਜਿਹੀ ਗਲਤੀ 'ਤੇ ਸੌਰੀ ਮੰਗ ਲੈਂਦੇ ਨੇ। ਉੱਥੇ ਹੀ ਦੂਸਰੇ ਲੋਕ ਵੀ ਹੁੰਦੇ ਨੇ ਜਿਹੜੇ ਸੌਰੀ ਕਹਿਣ 'ਤੇ ਵੀ ਉਹ ਕਰਦੇ ਕਿ ਅਸੀਂ ਸੌਰੀ ਕਿਉਂ ਮੰਗੀਏ, ਕਿਉਂਕਿ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਈਗੋ ਆ ਸਕਦਾ, ਅਹੰਕਾਰ ਆ ਸਕਦਾ। ਤੁਹਾਨੂੰ ਲੱਗਦਾ ਕਿ ਇਹ ਅਹੰਕਾਰ ਜਦੋਂ ਕਿਸੇ ਦੇ ਵਿੱਚ ਆ ਜਾਂਦਾ ਤੇ ਲੋਕਾਂ ਦੀ ਜਿਹੜੀ ਫਿਤਰਤ ਇੱਕ ਬਦਲ ਜਾਂਦੀ ਹੈ? ਬਿਲਕੁਲ ਸਹੀ ਗੱਲ ਹੈ। ਦੇਖੋ, ਤੁਸੀਂ ਕਹਿੰਦੇ ਨਾ ਕਿ ਧੰਨਵਾਦ ਮੂੰਹੋਂ ਕਹੋ ਨਾ ਕਹੋ, ਦਿਲੋਂ ਅਗਲੇ ਦਾ ਸ਼ੁਕਰਾਨਾ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਜਿੱਦਾਂ ਅਸੀਂ ਅਕਸਰ ਕਹਿੰਦੇ ਹਾਂ ਕਿ ਖੁਦਾ ਦੀ ਗੱਲ ਕਰਦੇ ਹਾਂ, ਰੱਬ ਦੀ ਗੱਲ ਕਰਦੇ ਹਾਂ, ਅਸੀਂ ਰੱਬ ਤੋਂ ਸਾਰੀ ਦਿਹਾੜੀ ਕੁਝ ਨਾ ਕੁਝ ਮੰਗਦੇ ਰਹੀਦਾ ਹੈ ਨਾ, ਪਰ ਉਸ ਦਾ ਧੰਨਵਾਦ ਕਰਨਾ ਵੀ ਜ਼ਰੂਰੀ ਹੈ। ਸੋ ਇਨਸਾਨੀ ਜਿਹੜੀ ਸਾਡੀ ਹਿਊਮਨ ਨੇਚਰ ਆ, ਉਹ ਵੀ ਚਾਹੁੰਦੀ ਆ ਕਿ ਜੇ ਅਸੀਂ ਕਿਸੇ ਦਾ ਕੰਮ ਕਰਦੇ ਹਾਂ ਨਾ, ਤੇ ਸਾਹਮਣੇ ਵਾਲਾ, ਅਸੀਂ ਇਹ ਨਹੀਂ ਚਾਹੁੰਦੇ ਕਿ ਸਾਹਮਣੇ ਵਾਲੇ ਨੂੰ ਅਸੀਂ ਨੀਵਾਂ ਦਿਖਾਈਏ ਕਿ ਅਸੀਂ ਉਹਦਾ ਕੰਮ ਕੀਤਾ, ਅਸੀਂ ਐਂ ਕੀਤਾ, ਅਸੀਂ ਉਹ ਕੀਤਾ, ਹੈ ਨਾ। ਪਰ ਫਿਰ ਵੀ ਜਦੋਂ ਸਾਹਮਣੇ ਵਾਲਾ ਸਾਨੂੰ ਥੈਂਕ ਯੂ ਕਹਿ ਦਿੰਦਾ ਆ ਇੱਕ, ਜਾਂ ਉਹਨੂੰ ਥੋੜ੍ਹਾ ਜਿਹਾ ਵੀ ਮਹਿਸੂਸ ਹੁੰਦਾ ਆ ਕਿ ਅਸੀਂ ਉਹਦੀ ਮਦਦ ਕੀਤੀ ਆ, ਫਿਰ ਦਿਲ ਨੂੰ ਥੋੜਾ ਸਕੂਨ ਤੇ ਤਸੱਲੀ ਮਿਲਦੀ ਆ। ਇੱਕ ਤੁਸੀਂ ਕਿਸੇ ਦੀ ਮਦਦ ਕਰਦੇ ਆ, ਦੂਸਰਾ ਤੁਹਾਨੂੰ ਇਗਨੋਰ ਕਰ ਦਿੰਦਾ, ਫਿਰ ਦੁੱਖ ਲੱਗਦਾ, ਫਿਰ ਉਹ ਗੱਲ ਚੇਤਾ ਆਉਂਦੀ ਆ, ਹਨਾ, ਕਿ ਮਿਹਨਤ ਕਰੋ, ਸੇਵਾ ਕਰੋ, ਫਲ ਕੀ ਇੱਛਾ ਮਤ ਕਰੋ। ਫਿਰ ਜਦੋਂ ਕਈ ਵਾਰੀ ਸਾਨੂੰ ਸਾਡੇ ਉਸ ਹਿਸਾਬ ਦੇ ਨਾਲ ਨਤੀਜੇ ਨਹੀਂ ਮਿਲਦੇ ਦੂਸਰਿਆਂ ਦੀ ਮਦਦ ਕਰਨ ਦੇ, ਫਿਰ ਦੁੱਖ ਤਾਂ ਲੱਗਦਾ ਹੈ, ਪਰ ਫਿਰ ਇਹ ਗੱਲ ਚੇਤੇ ਆਉਂਦੀ ਹੈ ਕਿ ਅਸੀਂ ਇਸ ਨੂੰ ਸੇਵਾ ਸਮਝ ਲਈਏ, ਹਨਾ, ਕਿ ਕਿਉਂਕਿ ਜਿਹੜਾ ਸੇਵਾ ਦਾ ਮੇਵਾ ਉਹ ਤਾਂ ਰੱਬ ਦੇਣ ਵਾਲਾ ਹੁੰਦਾ। ਇਨਸਾਨੀ ਫਿਤਰਤ ਜਿਹੜੀ ਹੈ ਨਾ, ਮਤਲਬ ਅਸੀਂ ਕਈ ਵਾਰੀ ਸੋਚੀਦਾ ਆ ਕਿ ਦਿਲੋਂ ਸ਼ੁਕਰਾਨਾ ਜਦੋਂ ਸਾਡਾ ਕਿਸੇ ਦਾ ਅਸੀਂ ਕਰ ਦਿੰਦੇ ਜਾਂ ਕੋਈ ਸਾਡਾ ਕਰ ਦਿੰਦਾ, ਫਿਰ ਉਹ ਥੋੜੀ ਨਜ਼ਰੀਆ ਬਦਲ ਜਾਂਦਾ ਚੀਜ਼ ਦਾ, ਹਨਾ। ਹੁਣ ਗਲਤੀ ਦੀ ਗੱਲ ਤੁਸੀਂ ਕੀਤੀ ਹੈ ਕਿ ਬਹੁਤ ਸਾਰੇ ਲੋਕ ਇੱਦਾਂ ਦੇ ਹੈਗੇ ਆ ਜਿਹੜੇ ਗਲਤੀ ਕਰਦੇ ਆ, ਗਲਤੀ ਨੂੰ ਮੰਨ ਲੈਂਦੇ ਆ, ਪਰ ਬਹੁਤ ਸਾਰੇ ਲੋਕ ਇੱਦਾਂ ਦੇ ਵੀ ਨੇ ਜਿਹੜੇ ਗਲਤੀ ਕਰਦੇ ਨੇ ਪਰ ਮੰਨਣ ਤੋਂ ਇਨਕਾਰ ਕਰ ਦਿੰਦੇ ਨੇ ਗਲਤੀ ਉਹਨਾਂ ਦੀ ਹੈ। ਔਰ ਕਈ ਵਾਰੀ ਦੇਖਣ ਚ ਆਉਂਦਾ ਹੈ ਕਿ ਜਦੋਂ ਜ਼ਬਰਦਸਤੀ ਤੁਹਾਨੂੰ ਆਪਣੇ ਆਪ ਨੂੰ ਕੋਈ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰੇ, ਤੁਹਾਡੇ ਬੋਲਣ ਤੋਂ ਪਹਿਲਾਂ ਤੁਹਾਡੇ ਮੂੰਹ ਦੇ ਅੱਖਰਾਂ ਨੂੰ ਖੋਣ ਦੀ ਕੋਸ਼ਿਸ਼ ਕਰੇ, ਤਾਂ ਉੱਥੋਂ ਆਪਾਂ ਨੂੰ ਇਹ ਗੱਲ ਸਮਝ ਜਾਣੀ ਚਾਹੀਦੀ ਹੈ ਕਿ ਸਾਹਮਣੇ ਵਾਲਾ ਗਲਤ ਹੈ। ਉਹ ਆਪਣੀ ਗਲਤੀ ਨੂੰ ਲੁਕਾਉਣ ਦੇ ਲਈ ਜ਼ਬਰਦਸਤੀ ਜ਼ੋਰ ਲਗਾ ਰਿਹਾ। ਔਰ ਕਈ ਲੋਕ ਤਾਂ ਇਦਾਂ ਦੇ ਵੀ ਹੁੰਦੇ ਨੇ, ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਦੇ ਵਿੱਚ ਸਾਹਮਣੇ ਵਾਲੇ ਦਾ ਗਲਤ ਇੰਪ੍ਰੈਸ਼ਨ ਦੂਸਰਿਆਂ ਤੇ ਲੈ ਜਾਂਦੇ ਨੇ। ਤੇ ਐਸੇ ਬਹੁਤ ਸਾਰੇ ਲੋਕ ਵੀ ਨੇ ਜਿਹੜੇ ਕਿ ਆਪਣੇ ਆਪ ਨੂੰ ਨਾ ਉੱਚਾ ਸਾਬਿਤ ਕਰਨ ਦੀ ਕੋਸ਼ਿਸ਼ ਕਰਦੇ ਆ ਹਰ ਵਕਤ। ਤਾਂ ਉਹਨਾਂ ਨੂੰ ਆ ਨਹੀਂ ਫਰਕ ਪੈਂਦਾ ਕਿ ਤੁਹਾਡੀ ਇਸ ਗਲਤੀ ਕਰਕੇ ਕਈ ਲੋਕਾਂ ਦੀ ਜਿਹੜੀ ਇਮੇਜ ਖਰਾਬ ਹੋ ਜਾਂਦੀ ਹੈ। ਤੁਸੀਂ ਖੁਦ ਨੂੰ ਸਹੀ ਸਾਬਿਤ ਕਰ ਰਹੇ ਹੋ, ਕਿੰਨਾ ਕੁਝ ਕਰ ਲਓ। ਕਹਿੰਦੇ ਨਾ ਸੱਚ ਹਮੇਸ਼ਾ ਛੁਪਿਆ ਨਹੀਂ ਰਹਿ ਸਕਦਾ, ਹਨਾ। ਤੇ ਤੁਸੀਂ ਅਗਰ ਗਲਤੀ ਕਰਦੇ ਹੋ ਤੇ ਮੰਨਣ ਵਾਲਾ ਸਭ ਤੋਂ, ਅਗਰ ਤੁਸੀਂ ਉਹਨੂੰ ਮੰਨ ਲੈਂਦੇ ਤੁਸੀਂ ਬਹੁਤ ਵੱਡੇ ਬਣ ਜਾਂਦੇ ਹੋ ਨਾ ਕਿਸੇ ਦੀ ਨਜ਼ਰਾਂ 'ਚ। ਲੋਕਾਂ ਦੇ ਦਿਲਾਂ ਦੇ ਵਿੱਚ ਅੱਜ ਕੱਲ੍ਹ ਆਹੀ ਬਹੁਤ ਆ ਕਿ ਅਸੀਂ ਗਲਤੀ ਕਿਉਂ ਮੰਨੀਏ, ਜੇ ਸਾਡੀ ਗਲਤੀ ਹੈ ਵੀ ਹੈ ਨਾ, ਮੰਨਣ ਨੂੰ ਮੰਨਦੇ ਨਹੀਂ
ਨਹੀਂ ਕਿ ਅਸੀਂ ਗਲਤੀ ਕੀਤੀ ਆ, ਕਿਉਂਕਿ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਈਗੋ ਦੀ ਭਾਵਨਾ ਬਹੁਤ ਆ ਗਈ ਹੈ ਨਾ, ਤੇ ਇਸ ਈਗੋ ਦੀ ਭਾਵਨਾ ਕਰਕੇ ਕਈ ਰਿਸ਼ਤੇ ਵੀ ਬਹੁਤ ਖਰਾਬ ਹੋ ਰਹੇ ਨੇ। ਈਵਨ ਕਿ ਮੈਰਿਜ ਜਿਹੜੇ ਮੈਰਿਡ ਕਪਲ ਆ ਉਹਨਾਂ ਦੇ ਵਿੱਚ ਵੀ ਇਹ ਚੀਜ਼ਾਂ ਕਈ ਵਾਰ ਦੇਖੀਆਂ ਵੀ ਗਈਆਂ ਨੇ। ਜਦੋਂ ਇੱਕ ਬੰਦਾ ਜਿਹੜਾ ਪਾਰਟਨਰ ਹੈ ਉਹ ਗਲਤੀ ਮੰਨਦਾ ਜਾਂ ਦੂਸਰਾ ਵਾਲਾ ਸੌਰੀ ਫੀਲ ਕਰਦਾ, ਥੈਂਕ ਯੂ ਕਰਦਾ, ਤੇ ਰਿਸ਼ਤਾ ਬਹੁਤ ਸਮੂਥਲੀ ਅੱਗੇ ਚੱਲਦਾ। ਬਟ ਉੱਥੇ ਹੀ ਜਦੋਂ ਇੱਕ ਪਾਰਟਨਰ ਦੇ ਵਿੱਚ ਵੀ ਈਗੋ ਆ ਜਾਂਦੀ ਹੈ ਨਾ, ਤੇ ਉਹ ਬੰਦਾ ਗਲਤੀ ਨਹੀਂ ਮੰਨਦਾ ਹੈ ਨਾ ਕਿਸੇ ਚੀਜ਼ ਦੀ, ਤੇ ਦੂਸਰਾ ਬੰਦਾ ਹਮੇਸ਼ਾ ਕੀ ਕਹਿੰਦੇ ਆ ਉਹਨੂੰ ਨੀਚਾ ਦਿਖਾਇਆ ਜਾਂਦਾ ਦੂਸਰੇ ਬੰਦੇ ਨੂੰ। ਤੇ ਅਗਰ ਉਹੀ ਇੱਕ ਬੰਦਾ, ਜਿਹਦੇ ਦੋ ਬੰਦੇ ਲਗਾ ਲਈਏ ਅਸੀਂ ਨਾ, ਤੇ ਇੱਕ ਬੰਦਾ ਹੈਗਾ ਸੌਰੀ ਬੋਲਣ ਵਾਲਾ ਤੇ ਇੱਕ ਹੀ ਥੈਂਕ ਯੂ ਬੋਲਣ ਵਾਲਾ, ਲੇਕਿਨ ਦੂਸਰਾ ਬੰਦਾ ਨਾ ਥੈਂਕ ਯੂ ਬੋਲਣ ਵਾਲਾ ਨਾ ਸੌਰੀ ਬੋਲਣ ਵਾਲਾ। ਕਹਿੰਦੇ ਕਿ ਰਿਸ਼ਤੇ ਵੀ ਉਦੋਂ ਚੱਲਦੇ ਨੇ ਜਦੋਂ ਤੁਸੀਂ ਖੁਦ ਉਹਦੇ ਅੱਗੇ ਝੁਕ ਜਾਂਦੇ ਹੋ। ਅਗਰ ਦੂਸਰਾ ਬੰਦਾ ਨਹੀਂ ਮੰਨਦਾ ਤੁਸੀਂ ਝੁਕ ਜਾਓ, ਬਟ ਇਹਦਾ ਮਤਲਬ ਇਹ ਵੀ ਨਹੀਂ ਨਾ ਕਿ ਅਸੀਂ ਹਰ ਵਾਰ ਝੁਕ ਜਾਈਏ ਉਸ ਰਿਸ਼ਤੇ ਨੂੰ ਬਚਾਉਣ ਦੇ ਲਈ। ਰਿਸ਼ਤਾ ਬਚਾਉਣਾ ਜ਼ਰੂਰੀ ਹੈ, ਬਟ ਇਹ ਨਹੀਂ ਆ ਕਿ ਅਸੀਂ ਹਰ ਵਾਰ ਹੀ ਥੈਂਕ ਯੂ ਸੌਰੀ ਕਰਦੇ ਰਹੀਏ ਤੇ ਅਗਲੇ ਦੀ ਬੰਦੇ ਦੀਆਂ ਹਰ ਗਲਤੀਆਂ ਤੇ ਪਰਦਾ ਪਾਉਂਦੇ ਰਹੀਏ। ਐਸੇ ਬਹੁਤ ਸੀ ਲੇਡੀਜ਼ ਮੈਨੂੰ ਪਤਾ ਹੈ ਜਿਹੜੀਆਂ ਆਪਣੇ ਹਸਬੈਂਡ ਲਗਾ ਲਓ, ਬੱਚੇ ਲਗਾ ਲਓ, ਉਹਨਾਂ ਦੀ ਹਰ ਕਿਸੇ ਗਲਤੀ ਨੂੰ ਨਾ ਪਰਦਾ ਪਾਉਂਦੀਆਂ ਰਹਿੰਦੀਆਂ ਨੇ ਕਿ ਨਹੀਂ ਕੁਝ ਨਹੀਂ ਹੈ। ਬਟ ਇੱਕ ਟਾਈਮ ਫਿਰ ਇਹੋ ਜਿਹਾ ਆਉਂਦਾ ਜੋ ਸਾਰੀ ਗਲਤੀਆਂ ਸਾਹਮਣੇ ਆਉਂਦੀਆਂ ਨੇ। ਸੋ ਗਲਤੀਆਂ ਸੁਧਾਰਨੀਆਂ ਵੀ ਚਾਹੀਦੀਆਂ ਨੇ। ਤੁਹਾਡੇ ਨਾਲ ਦਾ ਪਾਰਟਨਰ ਹੈ ਜੋ ਕੋਈ ਵੀ ਹੈ, ਅਗਰ ਕੋਈ ਗਲਤੀ ਕਰ ਰਿਹਾ ਜੋ ਨਹੀਂ ਸਹੀ, ਜੋ ਅੱਗੇ ਜਾ ਕੇ ਵੱਧ ਸਕਦੀ ਹੈ, ਤੇ ਉਸ ਨੂੰ ਰੋਕਣਾ ਵੀ ਚਾਹੀਦਾ ਹੈ ਤਾਂ ਕਿ ਉਹ ਗਲਤੀ ਇੱਕ ਗਲਤ ਰੂਪ ਨਾਲ ਲੈ ਲੇ ਜਾਂ ਫਿਰ ਉਹ ਗਲਤੀ ਬਾਰ-ਬਾਰ ਕਿਸੇ ਹੋਰ ਦੇ ਨਾਲ ਨਾ ਕੀਤੀ ਜਾ ਸਕੇ। ਸੁਰਭੀ, ਮੈਨੂੰ ਨਾ ਕਹਾਣੀ ਯਾਦ ਆ ਰਹੀ ਆ ਕਿ ਮਕਾਨ ਮਾਲਕ ਨੇ ਨਾ ਕਿਸੇ ਨੂੰ ਕਿਰਾਏ ਤੇ ਰੱਖਿਆ ਨਵਾਂ ਤੇ ਜਿਹੜਾ ਕਿਰਾਏਦਾਰ ਆਇਆ ਨਾ ਉਹਨੂੰ ਪੁੱਛਿਆ ਗਲਾਸ ਕਿੱਦਾਂ ਟੁੱਟ ਗਿਆ, ਕਹਿੰਦਾ ਗੁਆਂਢੀਆਂ ਦੇ ਬੱਚੇ ਤੋੜ ਗਏ ਨਾ, ਕੰਪਿਊਟਰ ਕਿੱਦਾਂ ਖਰਾਬ ਹੋ ਗਿਆ, ਕਹਿੰਦਾ ਇਲੈਕਟ੍ਰਿਸਿਟੀ ਦੀ ਦਿੱਕਤ ਹੋ ਗਈ। ਫਿਰ ਮਕਾਨ ਮਾਲਿਕ ਪੁੱਛਦਾ ਕਿ ਤੂੰ ਕਿਰਾਇਆ ਨਹੀਂ ਟਾਈਮ ਤੇ ਦਿੱਤਾ, ਕਹਿੰਦਾ ਫਲਾਨੀ ਬੌਸ ਦੀ ਗਲਤੀ ਦੇ ਨਾਲ ਹੋਇਆ। ਮਤਲਬ ਉਹਨਾਂ ਦੀ ਨਾ ਫਿਰ ਕਹਿੰਦਾ ਅੱਛਾ ਤੂੰ ਇਹਨੂੰ ਕਿਹਾ ਸੀ ਆਹ ਕੰਮ ਕਰਦੀ, ਕਹਿੰਦਾ ਨਹੀਂ ਅੱਜ ਫਲਾਨਾ ਬੰਦਾ ਹੀ ਨਹੀਂ ਗੱਡੀ ਲੈ ਕੇ ਆਇਆ ਜਿਹਦੇ ਨਾਲ ਮੈਂ ਜਾਣਾ ਸੀ। ਹੌਲੀ ਹੌਲੀ ਨਾ ਮਕਾਨ ਮਾਲਕ ਸੋਚਣ ਲੱਗਦਾ, 1 ਵਾਰੀ 2 ਵਾਰੀ 3 ਵਾਰੀ, ਕਹਿੰਦਾ ਜਦੋਂ ਮੈਂ ਇਹਨੂੰ ਕੋਈ ਇਹਦੀ ਗਲਤੀ ਦੱਸਦਾ ਆ ਇਹ ਹਮੇਸ਼ਾ ਦੱਸਦਾ ਕਿ ਫਲਾਨੇ ਬੰਦੇ ਦੀ ਵਜ੍ਹਾ ਦੇ ਨਾਲ ਇਹ ਚੀਜ਼ ਗਲਤ ਹੋਈ ਆ ਨਾ। ਉਹ ਦਿਮਾਗ ਦੇ ਵਿੱਚ ਮਕਾਨ ਮਾਲਕ ਦੀ ਗੱਲ ਬੈਠ ਗਈ ਕਿ ਇਹ ਗਲਤੀ ਮੰਨਣ ਨੂੰ ਤਿਆਰ ਨਹੀਂ ਹੁੰਦਾ। ਕਹਿੰਦਾ ਕਿ ਕੋਈ ਤਾਂ ਇੰਨਾ ਸਰਵਗੁਣ ਸੰਪੰਨ ਨਹੀਂ ਹੁੰਦਾ ਕਿ ਹਰ ਵਾਰੀ ਹੀ ਗਲਤੀ ਕਿਸੇ ਦੀ ਹੋਊਗੀ। ਔਰ ਫਿਰ 2-3 ਵਾਰੀ ਮਕਾਨ ਮਾਲਕ ਨੂੰ ਇਸ ਚੀਜ਼ ਦਾ ਵੀ ਭੁਲੇਖਾ ਪੈਂਦਾ ਆ ਕਿ ਇਹ ਜ਼ਬਰਦਸਤੀ ਨਾ ਕਿਸੇ ਤੇ ਬਲੇਮ ਲਾਉਣ ਦੀ ਕੋਸ਼ਿਸ਼ ਕਰਦਾ। ਉੱਥੋਂ ਵੀ ਸਾਬਤ ਹੁੰਦਾ ਕਿ ਇਹ ਗਲਤ ਆ। ਕਈ ਵਾਰੀ ਅਸੀਂ ਇੰਨੇ ਸੱਚੇ ਬਣਨ ਦੀ ਕੋਸ਼ਿਸ਼ ਕਰਦੇ ਨਾ, ਸਾਹਮਣੇ ਵਾਲੇ ਦੀ ਨਜ਼ਰ ਦੇ ਵਿੱਚ ਤੁਸੀਂ ਪੱਕੇ ਗਲਤ ਹੋਣ ਲੱਗਦੇ, ਗਲਤੀਆਂ ਥੋਪ ਦਿੰਦੇ ਆ ਅਸੀਂ ਕਿਸੇ ਨਾ ਕਿਸੇ ਤੇ ਨਾ। ਏਦਾਂ ਇੱਕ ਛੋਟੀ ਜਿਹੀ ਕਹਾਣੀ ਮੈਨੂੰ ਯਾਦ ਆ ਰਹੀ ਹੈ, ਵੈਸੇ ਤਾਂ ਉਹ ਮੇਰੇ ਨਾਲ ਰਿਲੇਟ ਕਰਦੀ ਹੈ। ਕਈ ਵਾਰ ਅਸੀਂ ਬੜੀ ਪਿਆਰੀਆਂ ਜਿਹੀ ਗਲਤੀਆਂ ਵੀ ਕਰਦੇ ਹਾਂ, ਜਿੱਥੇ ਕਹਿੰਦੇ ਗਲਤੀ ਨਹੀਂ ਮੰਨਦੇ। ਛੋਟੇ ਹੁੰਦੇ ਵੀ ਅਸੀਂ ਬਹੁਤ ਸਾਰੀਆਂ ਐਸੀ ਚੀਜ਼ਾਂ ਤੋੜ ਦਿੰਦੇ ਆ, ਕਰ ਦਿੰਦੇ ਆ, ਜਾਂ ਫਿਰ ਬਾਅਦ ਚ ਛੁਪਾ ਦਿੰਦੇ ਆ, ਕੋਈ ਦੇਖੇ ਨਾ ਉਹਨੂੰ ਨਾ, ਤੇ ਗਲਤੀ ਨਹੀਂ ਮੰਨਦੇ ਨਾ, ਸ਼ੋਅ ਦਿੰਦੇ ਘਰਦਿਆਂ ਨੂੰ ਕਿ ਪਤਾ ਲੱਗਿਆ। ਤੇ ਇੱਕ ਵਾਰ ਮੇਰੇ ਬ੍ਰਦਰ ਨੇ ਨਾ ਬਹੁਤ ਵੱਡਾ ਟੈਂਕ ਜਿਹਾ ਖਰੀਦਿਆ ਹੋਣਾ ਆਪਣੇ ਲਈ, ਹਨਾ, ਤੇ ਉਹਨੂੰ ਚਲਾਉਣ ਦਾ ਬੜਾ ਸ਼ੌਕੀਨ ਸੀ ਉਹ ਨਾ। ਮਤਲਬ ਟੈਂਕ ਦਾ ਇੰਨਾ ਚਾਹ ਮੈਨੂੰ ਵੀ ਥੋੜਾ ਚੜ ਗਿਆ, ਕਿਉਂਕਿ ਹੁਣ ਦੇਖੋ ਬੱਚੇ ਆਪਣੇ ਖਿਡੌਣੇ ਲੈਂਦੇ, ਘਰ ਦੇ ਵੀ ਕਹਿੰਦੇ ਆਪਣਾ ਲਿਆ, ਦੂਸਰੇ ਚੀਜ਼ ਨੂੰ ਹੱਥ ਨਹੀਂ ਲਗਾਉਣਾ ਨਾ। ਤੇ ਉਹ ਨਾ ਜਿਹੜਾ ਟੈਂਕ ਸੀ ਨਾ ਏਦਾਂ ਉੱਪਰ ਨਾ ਦੀਵਾਰ ਤੇ ਬੜਾ ਚੜ ਜਾਂਦਾ ਸੀ, ਮੈਨੂੰ ਬੜਾ ਹੀ ਵਧੀਆ ਲੱਗਾ। ਮੇਰਾ ਬ੍ਰਦਰ ਮੈਨੂੰ ਹੱਥ ਨਹੀਂ ਲਗਾਉਣ ਦਿੰਦਾ ਸੀ। ਉਹਦੇ ਨਾ ਇੱਕ ਦਿਨ ਸੁੱਤੇ ਪਏ ਮੈਂ ਟੈਂਕ ਚੱਕਿਆ ਤੇ ਮੈਂ ਚਲਾਉਣਾ ਸ਼ੁਰੂ ਕਰਤਾ ਸਵੇਰੇ। ਮੈਂ ਕਿਹਾ ਹਲੇ ਸੁੱਤਾ ਪਿਆ, ਪਤਾ ਨਹੀਂ ਬਾਅਦ ਚ ਵਾਪਿਸ ਉਹ ਜਗ੍ਹਾ ਤੇ ਰੱਖ ਦੂੰਗੀ। ਤੇ ਮੈਂ ਬੜੀ ਕੋਸ਼ਿਸ਼ ਕੀਤੀ ਵਿਚਾਰੇ ਦੀਵਾਰ ਤੇ ਚੜਾਉਣ ਦੀ, ਤੇ ਉਹ ਜਿਹੜਾ ਟੈਂਕ ਸੀ ਦੀਵਾਰ ਤੇ ਤਾਂ ਚੜਿਆ ਨਹੀਂ, ਪਰ ਉਹ ਖਰਾਬ ਹੋ ਗਿਆ। ਤੇ ਮੈਨੂੰ ਖਰਾਬ ਨੂੰ ਹੀ ਨਾ ਚੱਕ ਕੇ ਉੱਥੇ ਰੱਖ ਦਿੱਤਾ। ਹੁਣ ਬਾਅਦ ਚ ਬ੍ਰਦਰ ਬੜਾ ਹੀ ਕੋਸ਼ਿਸ਼ ਕੀਤੀ ਚਲਾਉਣ ਦੀ, ਹੈ ਨਾ, ਕੁਝ ਵੀ ਮੈਨੂੰ ਪੁੱਛਿਆ ਗਿਆ ਕਿ ਤੂੰ ਚਲਾਇਆ ਕੁਝ ਵੀ ਆ, ਮੈਂ ਕਿਹਾ ਨਹੀਂ ਮੈਂ ਕਿੱਥੋਂ ਚਲਾਣਾ। ਮੈਂ ਨਾ ਗਲਤੀ ਨਹੀਂ ਮੰਨੀ, ਤੁਸੀਂ ਯਕੀਨ ਮੰਨਣਾ ਉਹ ਗਲਤੀ ਮੈਂ ਬੜੇ ਸਾਲਾਂ ਬਾਅਦ ਨਾ, ਹੁਣ ਥੋੜੇ ਸਾਲ ਪਹਿਲਾਂ ਮੰਨੀ। ਮੇਰੇ ਬ੍ਰਦਰ ਨੂੰ ਜਦੋਂ ਪਤਾ ਲੱਗਿਆ ਕਿ ਉਹ ਟੈਂਕ ਤੂੰ ਖਰਾਬ ਕੀਤਾ, ਇੱਕ ਹਿਸਾਬ ਦਾ ਨੂੰ ਹਾਸਾ ਵੀ ਬਹੁਤ ਆ ਰਿਹਾ ਸੀ। ਕਹਿੰਦਾ ਬਟ ਜੋ ਉਸ ਟਾਈਮ ਤੂੰ ਗਲਤੀ ਮੰਨਣੀ ਹੁੰਦੀ ਨਾ, ਕਿਆ ਹੁੰਦਾ, ਤੇ ਮੈਂ ਸ਼ਾਇਦ ਤੇਰਾ ਕਟਾਪਾ ਚਾੜ ਦਿੰਦਾ, ਜਿੱਦਾਂ ਭਰਾਵਾਂ ਦਾ ਹੁੰਦਾ ਹੈ ਨਾ ਕੁਝ। ਬਟ ਮੈਨੂੰ ਬਾਅਦ 'ਚ ਬੜਾ ਹਾਸਾ ਆਇਆ ਕਿ ਮੈਂ ਚਲੋ ਐਟ ਦਾ ਐਂਡ ਗਲਤੀ ਮੰਨੀ ਆ। ਛੋਟੀ ਪਿਆਰੀ ਗਲਤੀਆਂ ਹੁੰਦੀਆਂ, ਕਿਉਂਕਿ ਉਸ ਟਾਈਮ ਸਾਨੂੰ ਡਰ ਹੁੰਦਾ ਜੇ ਮੈਂ ਗਲਤੀ ਮੰਨ ਲਈ ਤੇ ਮੇਰੇ ਭਰਾ ਨੇ ਤਾਂ ਮੇਰੇ ਖਿਡੌਣੇ ਖਰਾਬ ਕਰ ਦੇਣੇ, ਮੈਨੂੰ ਕਰ ਦੇਣਾ। ਬਚਪਨ ਦੀਆਂ ਛੋਟੀਆਂ ਗਲਤੀਆਂ ਨਾ ਵੱਡੇ ਹੋ ਜਾਂਦੀਆਂ। ਤੁਸੀਂ ਦੇਖ ਲਓ ਕਈ ਵਾਰੀ ਅਸੀਂ ਨਾ ਦੁਕਾਨ ਤੇ ਜਾਈਦਾ, ਸਾਨੂੰ ਪਤਾ ਹੁੰਦਾ ਆ ਕਿ ਕੱਪੜੇ ਦੀ ਕੀ ਕੁਆਲਿਟੀ ਆ, ਇਹ ਕੱਪੜਾ ਇੰਨੇ ਦਾ ਹੋਏਗਾ ਕਿ ਨਹੀਂ ਹੋਏਗਾ, ਜਾਂ ਇਹ ਸੂਟ ਦੀ ਜਿਹੜੀ ਕਿੰਨੀ ਕੀਮਤ ਹੋ ਸਕਦੀ ਆ। ਪਰ ਕਈ ਵਾਰੀ ਸਾਹਮਣੇ ਨਾ ਸ਼ਾਪਕੀਪਰ ਤੁਹਾਡੇ ਨਾਲ ਜ਼ਬਰਦਸਤੀ ਕਰਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ, ਨਹੀਂ ਆਹੀ ਕੱਪੜਾ ਆ, ਨਹੀਂ ਇਹ ਇੰਨੇ ਦਾ ਆ, ਨਹੀਂ ਇਹ ਇਵੇਂ ਹੀ ਹੋਏਗਾ। ਫਿਰ ਪਤਾ ਕੀ ਹੁੰਦਾ, ਅਸੀਂ ਮੈਂ ਚੁੱਪ ਕਰਕੇ ਸੁਣਦੀ ਰਹਿੰਦੀ ਹੁੰਦੀ ਆ। ਮੈਂ ਕਹਿੰਦੀ ਹੁੰਦੀ ਆ ਕਿ ਬੋਲ ਲਓ,
ਜਦੋਂ ਤੁਸੀਂ ਧੱਕੇ ਨਾਲ ਮੈਨੂੰ ਕੋਈ ਚੀਜ਼ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਮੈਂ ਉਦੋਂ ਸਮਝ ਗਈ ਕਿ ਤੁਸੀਂ ਇਹ ਸੱਚਾਈ ਨਹੀਂ ਦੱਸ ਰਹੇ ਹੋ, ਇਹ ਮੈਨੂੰ ਧੱਕੇ ਦੇ ਨਾਲ ਆਪਣੇ ਆਪ ਨੂੰ ਸੱਚੇ ਸਾਬਤ ਕਰਨ ਦੀ ਤੁਸੀਂ ਕੋਸ਼ਿਸ਼ ਕਰ ਰਹੇ ਆ, ਹਨਾ, ਕਿ ਨਹੀਂ ਨਹੀਂ ਇਹ ਤਾਂ ਕੱਪੜੇ ਇੰਨੇ ਦਾ ਆਇਆ ਨਹੀਂ, ਇਹਦੀ ਇਹੀ ਕੁਆਲਿਟੀ ਆ, ਇਹ ਇਵੇਂ ਹੀ ਆ, ਇਹ ਇਦਾਂ ਹੀ ਹੋਊਗਾ, ਇਹ ਤਾਂ ਆ ਨਹੀਂ ਹੋਊਗਾ। ਜਿਵੇਂ ਕੋਈ ਵੀ ਪ੍ਰੋਡਕਟ ਦੇ ਲਈ ਸ਼ਾਪਕੀਪਰ ਜਦੋਂ ਸਾਨੂੰ ਜ਼ਬਰਦਸਤੀ ਕਰਦਾ, ਕਈ ਵਾਰੀ ਸਾਨੂੰ ਪਤਾ ਸਾਰਾ ਕੁਝ ਹੁੰਦਾ ਹੈ, ਅਸੀਂ ਚੁੱਪ ਹੋ ਜਾਂਦੇ ਆ। ਇਦਾਂ ਹੀ ਸਾਡੇ ਨਾਲ ਆਮ ਜ਼ਿੰਦਗੀ 'ਚ ਵੀ ਹੁੰਦਾ, ਸਾਨੂੰ ਪਤਾ ਤਾਂ ਹੁੰਦਾ ਹੈ ਕਿ ਸਾਹਮਣੇ ਵਾਲੇ ਦੀ ਫਿਤਰਤ ਕੀ ਹੈ, ਅਸੀਂ ਜਾਣ ਕੇ ਚੁੱਪ ਹੋ ਜੀਦਾ। ਬਹੁਤ ਸਾਰੇ ਲੋਕ ਜਿਹੜੇ ਇਹੋ ਜਿਹੇ ਵੀ ਹੁੰਦੇ ਨੇ, ਤੁਹਾਨੂੰ ਜਾਣ ਮੁੱਝ ਕੇ ਮਜਬੂਰ ਕਰ ਦਿੰਦੇ ਆ ਨਾ ਕਿ ਕਿਸੇ ਚੀਜ਼ ਲਈ ਕਿ ਤੁਸੀਂ ਇਦਾਂ ਕਰੋ ਜੀ, ਤੁਸੀਂ ਇਦਾਂ ਕਰੋ। ਫਿਰ ਉਦੋਂ ਤੁਹਾਡੇ ਦਿਮਾਗ ਦੇ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਇਹ ਬੰਦਾ ਮੈਨੂੰ ਕਹਿ ਰਿਹਾ ਕਿ ਮੈਂ ਗਲਤੀ ਕਰਾਂ ਤੇ ਮੈਂ ਫਸ ਜਾਵਾਂ। ਐਂਡ 'ਚ ਨਾਮ ਉਸ ਬੰਦੇ ਦਾ ਨਹੀਂ ਆਏਗਾ, ਇਮੇਜ ਸਾਡੀ ਖਰਾਬ ਹੋਏਗੀ, ਸਾਡਾ ਨੁਕਸਾਨ ਹੋਏਗਾ। ਬਟ ਕਈ ਵਾਰ ਸਾਡੇ ਆਲੇ ਦੁਆਲੇ ਬਹੁਤ ਸਾਰੇ ਇਹੋ ਜਿਹੇ ਨੈਗੇਟਿਵ ਲੋਕ ਕਹਿ ਸਕਦੀ ਮੈਂ ਹੁੰਦੇ ਨੇ, ਜਿਹੜੇ ਚੱਲਦੇ ਨਹੀਂ ਆ, ਜੈਲਸ ਫੀਲ ਕਰਦੇ ਆ ਜਾਂ ਫਿਰ ਕਹਿ ਦਿੰਦੇ ਆ ਕਿ ਨਹੀਂ ਨਹੀਂ ਇਹਨੂੰ ਕਿਹੜਾ ਪਤਾ ਲੱਗਣਾ। ਤੁਹਾਡੀ ਮਾਸੂਮੀਅਤ ਦਾ ਵੀ ਫਾਇਦਾ ਚੱਕ ਲੈਂਦੇ ਕਿਤੇ ਨਾ ਕਿਤੇ ਕਿ ਤੁਸੀਂ ਠੀਕ ਹੋ, ਭੋਲੇ ਭਾਲੇ, ਇਹਨਾਂ ਨੂੰ ਕਹਿ ਦਿਓ ਜੋ ਇਹ ਆਪਾਂ ਕਵਾਂਗੇ ਉਹ ਕਰ ਲੈਣਗੇ। ਐਸੇ ਵੀ ਹੁੰਦੇ ਨੇ ਲੋਕ ਨਾ, ਤੇ ਕਿ ਜਿਹੜੇ ਇਨਸਾਨ ਨੂੰ ਦੇਖਦੇ ਆ ਕਿ ਯਾਰ ਇਹ ਬੰਦਾ ਤਾਂ ਬਹੁਤ ਭੋਲਾ ਜਿਹਾ ਹੈ, ਇਹਨੂੰ ਆ ਕਹਿੰਦੇ ਆ ਇਹ ਗਲਤੀ ਕਰੇਗਾ। ਕੁਝ ਲੋਕ ਉਹ ਵਾਲੇ ਜਿਹੜੇ ਦੂਸਰਿਆਂ ਤੋਂ ਕੰਮ ਕਰਾਉਂਦੇ ਆ, ਗਲਤੀਆਂ ਕਰਾਉਂਦੇ ਨੇ। ਐਸੀ ਗਲਤੀਆਂ ਕਰਕੇ ਕਈ ਗਲਤੀਆਂ ਤਾਂ ਗਲਤੀ ਹੁੰਦੀ ਹੈ ਨਾ, ਬੰਦਾ ਹਰ ਪਾਸੇ ਗਲਤੀ ਕਰਦਾ ਹੀ ਹੈ, ਚਾਹੇ ਉਹ ਚੋਰ ਹੋਵੇ, ਡਾਕੂ ਹੋਵੇ, ਉਹ ਵੀ ਗਲਤੀਆਂ ਹੀ ਕਰ ਰਹੇ ਇੱਕ ਹਿਸਾਬ ਦੀਆਂ। ਕਈ ਵਾਰੀ ਨਾ ਸਰ ਵੀ ਮੈਨੂੰ ਲੱਗਦਾ ਹੁੰਦਾ ਹੈ ਕਿ ਜਦੋਂ ਅਸੀਂ ਵਰਕ ਕਲਚਰ ਦੇ ਵਿੱਚ ਚੰਗੇ ਵਰਕਰ ਹੁੰਦੇ ਆ ਨਾ, ਤੇ ਉਦੋਂ ਕੀ ਉਹਨੂੰ ਕਹਿੰਦੇ ਨੇ ਤੁਸੀਂ ਸ਼ਿੱਦਤ ਦੇ ਨਾਲ ਆਪਣਾ ਕੰਮ ਕਰਨਾ ਚਾਹੁੰਦੇ ਆ, ਤੇ ਉਦੋਂ ਵੀ ਲੋਕ ਤੁਹਾਨੂੰ ਕਈ ਵਾਰੀ ਗਲਤ ਸਮਝਦੇ ਆ। ਉਹਨਾਂ ਨੂੰ ਲੱਗਦਾ ਕਿ ਇਹਨੂੰ ਤਾਂ ਕੁਝ ਪਸੰਦ ਹੀ ਨਹੀਂ ਆਉਂਦਾ। ਇਹ ਚੀਜ਼ ਮੇਰੇ ਨਾਲ ਕਈ ਵਾਰੀ ਅਕਸਰ ਹੋ ਜਾਂਦੀ ਜ਼ਿੰਦਗੀ 'ਚ। ਮੈਨੂੰ ਬੜਾ ਹੁੰਦਾ ਕਿ ਪਰਫੈਕਸ਼ਨ ਹੋਵੇ, ਕਿ ਆ ਹੋਵੇ, ਉਹ ਹੋਵੇ। ਇਸ ਚੱਕਰ 'ਚ ਹਨਾ ਆਸੇ-ਪਾਸੇ ਵਾਲੇ ਸਮਝਣ ਲੱਗ ਪੈਂਦੇ ਇਹਦੇ ਤਾਂ ਕੋਈ ਨਾ ਕੋਈ ਦਿੱਕਤ ਖੜੀ ਰਹਿੰਦੀ ਆ। ਤੁਸੀਂ ਜਦੋਂ ਪਰਫੈਕਟ ਹੋਣ ਦੀ ਕੋਸ਼ਿਸ਼ ਕਰਦੇ ਹੋ ਨਾ ਆਪਣੇ ਕਿਸੇ ਕੰਮ ਦੇ ਵਿੱਚ, ਹਾਲਾਂਕਿ ਕਦੇ ਕੋਈ ਪਰਫੈਕਟ ਨਹੀਂ ਹੁੰਦਾ, ਪਰ ਫਿਰ ਵੀ ਤੁਹਾਡੇ ਤੇ ਸਵਾਲ ਚੱਕੇ ਜਾਣ ਲੱਗ ਜਾਂਦੇ ਆ ਕਿ ਹੁਣ ਅੱਜ ਉਹਨੇ ਆਹ ਕਹਿ ਦਿੱਤਾ, ਅੱਜ ਉਹਨੂੰ ਆਹ ਨਹੀਂ ਪਸੰਦ ਆਇਆ। ਕਿਉਂਕਿ ਜਦੋਂ ਅਸੀਂ ਪੈਸਾ ਲੈ ਰਹੇ ਆ ਕਿਸੇ ਥਾਂ ਦੇ ਉੱਤੇ, ਚਾਹੇ ਕੋਈ ਵੀ XYZ ਕਿਤੇ ਵੀ ਨੌਕਰੀ ਕਰ ਰਿਹਾ ਹਨਾ, ਜੇ ਉਹ ਨਾਲ ਦਿਆਂ ਨੂੰ ਦੱਸ ਰਿਹਾ ਇਹ ਗਲਤ ਆ, ਤਾਂ ਮੈਨੂੰ ਨਹੀਂ ਲੱਗਦਾ ਇਹਦੇ 'ਚ ਕੁਝ ਗਲਤ ਵੀ ਹੁੰਦਾ ਹਨਾ। ਗਲਤ ਤਾਂ ਆਪਾਂ ਨਹੀਂ ਕਹਿ ਸਕਦੇ, ਬਟ ਕਈ ਵਾਰ ਜਿਹੜੇ ਨਜਾਇਜ਼ ਤੁਹਾਨੂੰ ਗਲਤ ਕਹਿ ਦੇਣ, ਕੁਝ ਜਿਹੜੇ ਸਾਨੂੰ ਗਲਤ ਸਿਖਾਉਂਦੇ ਵੀ ਨੇ ਹਨਾ, ਗਲਤ ਗੱਲਾਂ, ਮਤਲਬ ਗਲਤ ਗੱਲਾਂ ਤਾਂ ਮੈਨੂੰ ਲੱਗਦਾ ਕਿ ਹਰ ਖੇਤਰ ਦੇ ਵਿੱਚ ਇਹੋ ਜਿਹੇ ਲੋਕ ਵੀ ਹੁੰਦੇ ਨੇ ਜਿੱਥੇ ਤੁਹਾਡਾ ਸਾਥ ਦੇਣ ਵਾਲੇ ਵੀ ਬਹੁਤ ਹੁੰਦੇ ਨੇ ਤੇ ਤੁਹਾਡਾ ਨਾ ਸਾਥ ਦੇਣ ਵਾਲੇ ਵੀ ਬਹੁਤ ਹੁੰਦੇ ਨੇ। ਉਹੀ ਚੀਜ਼ ਹੋ ਗਈ, ਜਿੱਥੇ ਨੈਗੇਟਿਵ ਵਾਈਬ ਆਉਂਦੀ ਉੱਥੇ ਪੋਜ਼ਿਟਿਵ ਵਾਈਬ ਵੀ ਹੁੰਦੀ ਹੈ। ਦੂਸਰਾ ਤੁਸੀਂ ਦੇਖੋ ਕਈ ਵਾਰੀ ਨਾ, ਜਿੱਦਾਂ ਹੁਣ ਮੈਂ ਆ ਬੋਲਦਿਆਂ ਕੋਈ ਅੱਖਰ ਗਲਤ ਹੋ ਗਿਆ ਜਾਂ ਕੋਈ ਕੰਮ ਗਲਤ ਹੋ ਗਿਆ, ਸਾਹਮਣੇ ਵਾਲੇ ਨੇ ਸਿਖਾ ਦਿੱਤਾ, ਕਿਸੇ ਨੇ ਕਿਸੇ ਨੂੰ ਸਿਖਾ ਦਿੱਤਾ ਹਨਾ, ਤੇ ਮੈਨੂੰ ਇਦਾਂ ਲੱਗਦਾ ਹੁੰਦਾ ਸਾਨੂੰ ਸਿੱਖ ਲੈਣਾ ਚਾਹੀਦਾ। ਹੁਣ ਸਿਖਾਉਣ ਵਾਲੇ ਨੇ ਮੈਨੂੰ ਸਿਰਫ ਇਹ ਦੱਸਿਆ ਤੁਸੀਂ ਗਲਤ ਕੀਤਾ, ਜੇ ਮੈਂ ਉਸਨੂੰ ਠੀਕ ਕਰੂੰਗੀ ਫਾਇਦਾ ਮੇਰਾ ਹੀ ਆ, ਸਾਹਮਣੇ ਵਾਲੇ ਦਾ ਤਾਂ ਨਹੀਂ ਇਸ ਦੇ ਵਿੱਚ ਕੋਈ ਫਾਇਦਾ ਹਨਾ। ਤੇ ਕਈ ਵਾਰੀ ਹੁੰਦਾ ਹੈ ਕਿ ਸਾਹਮਣੇ ਵਾਲੇ ਨੇ ਜੇ ਮੈਨੂੰ ਮੇਰੀ ਕੋਈ ਗਲਤੀ ਦੱਸੀ ਆ, ਮੈਂ ਉਸ ਦੇ ਵਿੱਚ ਸੁਧਾਰ ਨਹੀਂ ਕੀਤਾ, ਨੁਕਸਾਨ ਮੇਰਾ ਆ, ਸਾਹਮਣੇ ਵਾਲੇ ਦਾ ਤਾਂ ਨਹੀਂ ਕੋਈ ਨੁਕਸਾਨ ਹੈਗਾ ਨਾ। ਕਈ ਵਾਰੀ ਜਦੋਂ ਸਾਨੂੰ ਕੋਈ ਸਿਖਾਉਣ ਦੀ ਤੇ ਸਮਝਾਉਣ ਦੀ ਕੋਸ਼ਿਸ਼ ਕਰਦਾ ਨਾ, ਸਾਡੀ ਈਗੋ ਵਿੱਚ ਅੜਿੱਕਾ ਬਣਦੀ ਹੈ ਕਿ ਇਹ ਕਿੱਦਾਂ ਮੈਨੂੰ ਸਿਖਾ ਸਕਦਾ ਜਾਂ ਇਹ ਕਿੱਦਾਂ ਮੈਨੂੰ ਦੱਸ ਸਕਦੀ ਆ ਹਨਾ। ਤੇ ਮੈਨੂੰ ਲੱਗਦਾ ਹੁੰਦਾ ਕਿ ਫਿਰ ਕੀ ਹੋ ਗਿਆ ਜੇ ਅਗਲੇ ਨੇ ਤੁਹਾਨੂੰ ਤੁਹਾਡੀ ਗਲਤੀ ਦੱਸ ਦਿੱਤੀ ਆ, ਫਾਇਦਾ ਸਾਡਾ ਹੀ ਹੋ ਰਿਹਾ ਉਹਦੇ ਤੋਂ, ਸਹੀ ਚੀਜ਼ਾਂ ਸਿੱਖ ਕੇ। ਕਹਿੰਦੇ ਨਾ ਕਿ ਚਾਹੇ ਛੋਟਾ ਹੋਵੇ ਤੁਹਾਡੇ ਤੋਂ ਵੱਡਾ ਹੋਵੇ, ਹਰ ਕਿਸੇ ਤੋਂ ਜੋ ਸਿੱਖਣ ਨੂੰ ਮਿਲਦਾ ਸਿੱਖ ਲੈਣਾ ਚਾਹੀਦਾ। ਜਦੋਂ ਤੁਸੀਂ ਆਪਣੀ ਈਗੋ ਛੱਡ ਕੇ ਕੁਝ ਸਿੱਖਦੇ ਹੋ ਨਾ, ਤੇ ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਅੱਗੇ ਨਿਕਲ ਜਾਂਦੇ ਹੋ। ਪਰ ਜੇ ਤੁਸੀਂ ਆਹੀ ਸੋਚੋਗੇ ਯਾਰ ਮੈਂ ਵੀ ਤਾਂ ਇਸੇ ਫੀਲਡ 'ਚ ਆ, ਅਗਰ ਮੈਂ ਅੱਜ ਕੋਈ ਇੱਕ ਪੋਜੀਸ਼ਨ ਤੇ ਆ ਤੇ ਆ ਵੀ ਬੰਦਾ ਪੋਜੀਸ਼ਨ ਤੇ ਆ, ਤੇ ਆਹ ਕੌਣ ਹੁੰਦਾ ਮੈਨੂੰ ਦੱਸਣ ਵਾਲਾ, ਇਹ ਕਿੰਨੇ ਕੁ ਪਰਫੈਕਟ ਹੈ। ਜੇ ਅਸੀਂ ਇੱਕ ਦੂਸਰੇ ਨੂੰ ਕਿਸੇ ਦੀ ਗਲਤੀਆਂ ਦੱਸਦੇ ਆ ਨਾ, ਤੇ ਅਸੀਂ ਇੱਕ ਦੂਸਰੇ ਨੂੰ ਸੁਧਾਰਦੇ ਹੀ ਆ। ਔਰ ਮੈਨੂੰ ਨਾ ਸੁਰਭੀ ਕਦੇ ਇਦਾਂ ਵੀ ਲੱਗਦਾ ਹੁੰਦਾ ਕਿ ਸਾਹਮਣੇ ਵਾਲੇ ਦੀ ਨਾ ਸਮਝ ਆ ਜਾਂਦੀ ਆ ਕਿ ਉਹ ਤੁਹਾਨੂੰ ਨੀਵਾਂ ਦਿਖਾਉਣ ਦੇ ਲਈ ਸਮਝਾ ਰਿਹਾ ਜਾਂ ਵਾਕਈ ਤੁਹਾਨੂੰ ਚੰਗਾ ਬਣਾਉਣ ਦੇ ਲਈ ਸਮਝਾ ਰਿਹਾ। ਇਹ ਤਾਂ ਇੱਕ ਦਿਨ ਤੁਹਾਨੂੰ ਪਤਾ ਲੱਗ ਹੀ ਜਾਂਦਾ। ਸੋ ਉਸ ਅਕੋਰਡਿੰਗ ਆਪਣੇ ਆਪ ਨੂੰ ਕਰ ਲਓ, ਬਟ ਹਰ ਪਾਸੇ ਆਪਣੀ ਈਗੋ ਲੈ ਕੇ ਆ ਜਾਣੀ ਕਿ ਨਹੀਂ ਅਸੀਂ ਪਰਫੈਕਟ ਆ, ਅਸੀਂ ਜੋ ਲਿਖਿਆ, ਅਸੀਂ ਜੋ ਕੀਤਾ ਉਹ ਸਹੀ ਹੈ, ਉਹ ਵੀ ਬਹੁਤ ਗਲਤ ਹੈ। ਮੈਨੂੰ ਨਾ ਕੋਈ ਸ਼ਖਸ ਮਿਲੇ ਤੇ ਉਹ ਨਾ ਮੇਰਾ ਮਤਲਬ ਮੈਂ ਦੁਆਬਣ ਆ ਹਨਾ, ਤੇ ਮੇਰਾ ਵਾਵੇ ਦਾ ਬੱਬੇ ਦਾ ਪੰਗਾ ਸ਼ੁਰੂ ਤੋਂ ਹੀ ਆ। ਤੇ ਉਹਨਾਂ ਨੇ ਨਾ ਮੈਨੂੰ ਇੱਕ ਗੱਲ ਕਹੀ, ਕਹਿੰਦੇ ਪੁੱਤਰ ਤੇਰਾ ਨਾਂ ਪਤਾ ਸਾਰੇ ਕਿਉਂ ਗਲਤ ਪ੍ਰੋਨਾਉਂਸ ਕਰਦੇ ਆ, ਤੂੰ ਆਪ ਅਗਲੇ ਨੂੰ ਵਰੁਣ ਦੱਸਦੀ ਆ।
ਉਹ ਚੀਜ਼ ਮੇਰੇ ਦਿਮਾਗ ਦੇ ਵਿੱਚ ਬੈਠ ਗਈ। ਹੁਣ ਮੈਂ ਭਾਵੇਂ ਜਿਹਨੂੰ ਮਰਜ਼ੀ ਦੱਸ ਜਾਵਾਂ, ਉਹਨਾਂ ਦਾ ਤਾਂ ਨਹੀਂ ਕੋਈ ਫਾਇਦਾ ਹੋਇਆ ਨਾ, ਪਰ ਉਹਨਾਂ ਨੇ ਮੈਨੂੰ ਇੰਨੀ ਡੂੰਗੀ ਗੱਲ ਸਮਝਾ ਦਿੱਤੀ ਕਿ ਮੇਰਾ ਆਪਣਾ ਨਾਮ ਵਰੁਣ ਆ, ਮੈਂ ਦੂਸਰਿਆਂ ਨੂੰ ਹੀ ਵਰੁਣ ਦੱਸਦੀ ਆ। ਉਹ ਦੁਆਬਣਾ ਵਾਲੀ ਦਿੱਕਤ ਜਿਹੜੀ ਵਾਵੇ ਬੱਬੇ ਦੀ ਸਾਡੀ ਜ਼ਿੰਦਗੀ 'ਚ ਆ ਜਾਂਦੀ ਆ। ਮੈਨੂੰ ਤੁਹਾਨੂੰ ਇੱਕ ਹੋਰ ਗੱਲ ਦੱਸਦੀ ਆ, ਕੋਈ ਮੈਨੂੰ ਕਿਸੇ ਅੱਛੇ ਰੈਪੂਟੇਸ਼ਨ ਦੇ ਉੱਤੇ ਕੋਈ ਸ਼ਖਸ ਮਿਲੇ ਤੇ ਕਈ ਵਾਰੀ ਹੁੰਦਾ ਹੈ ਕਿ ਤੁਸੀਂ ਇਹ ਵੀ ਨਹੀਂ ਦੱਸ ਸਕਦੇ ਹੋ ਮੇਲ ਹੈ ਕਿ ਫੀਮੇਲ ਹੈ, ਹਨਾ, ਕਿਉਂਕਿ ਫਿਰ ਅਗਲੇ ਨੂੰ ਹੋ ਸਕਦਾ ਹੈ ਅਸੀਂ ਨਹੀਂ, ਮਤਲਬ ਇਹ ਕਿਸੇ ਦੀ ਬੇਇੱਜ਼ਤੀ ਜਾਂ ਇਨਸਲਟ ਨਹੀਂ ਹੁੰਦੀ, ਇੱਕ ਸਾਡੀ ਭਾਵਨਾ ਹੁੰਦੀ ਜਿਹੜੀ ਅਸੀਂ ਸਾਂਝੀ ਕਰ ਰਹੇ ਹਾਂ। ਉਹਨਾਂ ਨੇ ਨਾ ਮੈਂ ਉਹਨਾਂ ਨੂੰ ਕਿਹਾ ਤੁਹਾਡੀ ਡੈਜ਼ਿਗਨੇਸ਼ਨ ਆਹ ਆ, ਤੇ ਉਹਦੇ ਬਾਰੇ ਮੈਨੂੰ ਥੋੜੀ ਜਿਹੀ ਜਾਣਕਾਰੀ ਸੀਗੀ ਉਸ ਡੈਜ਼ਿਗਨੇਸ਼ਨ ਬਾਰੇ। ਉਹਨਾਂ ਨੇ ਨਾ ਮੇਰੇ ਮੂੰਹ ਦੇ ਅੱਖਰ ਖੋਲੇ, ਮੈਨੂੰ ਜ਼ਬਰਦਸਤੀ ਸਾਬਿਤ ਕਰਨਾ ਸ਼ੁਰੂ ਕਰ ਦਿੱਤਾ, ਨਹੀਂ ਆਹ ਚੀਜ਼ ਇਦਾਂ ਨਹੀਂ ਹੁੰਦੀ, ਆਹ ਚੀਜ਼ ਇਦਾਂ ਨਹੀਂ ਹੁੰਦੀ, ਆਹ ਚੀਜ਼ ਇਦਾਂ ਨਹੀਂ ਹੁੰਦੀ। ਉੱਥੇ ਜਿੱਥੋਂ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਉਹੀ ਗੱਲ ਪਹੁੰਚ ਗਈ ਨਾ, ਮੈਨੂੰ ਸਮਝ ਗਈ ਇਹ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਹੈਗੇ, ਇਹ ਜ਼ਬਰਦਸਤੀ ਆਪਣੇ ਆਪ ਨੂੰ ਸੱਚਾ ਸਾਬਿਤ ਕਰਨ ਦੀ ਕੋਸ਼ਿਸ਼ ਦੇ ਵਿੱਚ ਮੈਨੂੰ ਝੂਠਾ ਸਾਬਿਤ ਕਰਨਾ ਚਾਹ ਰਹੇ ਨੇ। ਉੱਥੇ ਮੈਂ ਸਮਝ ਤੋਂ ਕੰਮ ਲਿਆ। ਮੈਂ ਕਿਹਾ ਇਹਨਾਂ ਦੀਆਂ ਝੂਠੀਆਂ ਡੈਫੀਨੇਸ਼ਨਸ ਦੇ ਨਾਲ ਸੱਚੀ ਮੱਚੀ ਦੀ ਡੈਫੀਨੇਸ਼ਨ ਥੋੜੀ ਬਦਲ ਜਾਣੀ ਹੈ। ਹੁਣ ਉਹ ਸਿੱਖਣਾ ਨਹੀਂ ਚਾਹੁੰਦੇ ਮੇਰੇ ਤੋਂ ਇਸ ਗੱਲ ਨੂੰ, ਤੇ ਕੱਲ ਨੂੰ ਮੇਰਾ ਤਾਂ ਕੋਈ ਫਾਇਦਾ ਜਾਂ ਨੁਕਸਾਨ ਨਹੀਂ ਜੇ ਉਹ ਕਿਤੇ ਜਾ ਕੇ ਗਲਤ ਬੋਲ ਦੇਣਗੇ। ਗੱਲ ਇੱਥੇ ਵੀ ਆ ਜਾਂਦੀ ਹੈ ਨਾ, ਫਿਰ ਅਗਲਾ ਬੰਦਾ ਕਹਿੰਦਾ ਮੈਂ ਇੰਨੀ ਵੱਡੀ ਪੋਜੀਸ਼ਨ ਤੇ ਆ ਛੋਟੀ ਪੋਜੀਸ਼ਨ ਤੇ ਮੈਨੂੰ ਕਿਉਂ ਸਿਖਾ ਰਹੇ ਨੇ, ਮੇਰੇ ਤੋਂ ਛੋਟੇ ਮੇਰੇ ਕੋਲ ਕਿਉਂ ਸਿਖਾ ਰਹੇ ਨੇ। ਉਹੀ ਨਾ, ਛੋਟੇ ਛੋਟੇ ਬੱਚੇ ਵੀ ਸਾਨੂੰ ਬਹੁਤ ਕੁਝ ਕਈ ਵਾਰ ਸਿਖਾ ਜਾਂਦੇ ਨੇ, ਐਸੀ ਗੱਲਾਂ ਕਰ ਜਾਂਦੇ ਨੇ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਮਤਲਬ ਨਿੱਕਾ ਜਿਹਾ ਬੱਚਾ ਇਹੋ ਜਿਹੀ ਗੱਲਾਂ ਕਿੱਦਾਂ ਕਰ ਸਕਦਾ ਹੈ ਨਾ। ਬਟ ਅਸੀਂ ਉਹੀ ਚੀਜ਼ ਆ ਜਾਂਦੀ ਸਾਡੇ ਮਨ ਦੇ ਵਿੱਚ, ਨਹੀਂ ਯਾਰ ਬੱਚਾ ਇਹਦੀ ਗੱਲ ਕਿਉਂ ਸੁਣਨੀ, ਛੱਡੋ ਪਰੇ, ਹੈ ਨਾ, ਇਹਦੇ ਕੋਲ ਕੀ ਸਿੱਖਣਾ। ਦੇਖਿਆ ਛੋਟੇ ਛੋਟੇ ਬੱਚੇ ਕਈ ਵਾਰ ਸਾਨੂੰ ਨਵੀਆਂ ਚੀਜ਼ਾਂ ਸਿਖਾਉਂਦੇ ਨਾ, ਜਾਂ ਉਹ ਸਿੱਖ ਕੇ ਆਉਂਦੇ ਆ। ਦੇਖੋ ਨਾ, ਹੁਣ ਆਪਣੇ ਘਰ ਦੇ ਵਿੱਚ ਲਗਾ ਲਈ, ਸਾਡੇ ਘਰ ਬਹੁਤ ਛੋਟੇ ਬੱਚੇ ਹੁੰਦੇ ਨਾ, ਆਉਂਦੇ ਆ ਆਪਾਂ ਸਕੂਲ ਤੋਂ ਆ ਸਿੱਖਿਆ, ਦੇਖੋ ਸਾਨੂੰ ਨਹੀਂ ਪਤਾ ਹੁੰਦਾ, ਆਪਾਂ ਝੂਠ ਤੋਂ ਨਾ ਕਹਿ ਸਕਦੇ ਆ ਨਹੀਂ ਨਹੀਂ ਅਸੀਂ ਤਾਂ ਬਹੁਤ ਪੜ੍ਹੇ ਲਿਖੇ, ਗ੍ਰੈਜੂਏਸ਼ਨ ਪੜ੍ਹਾਈ ਦੀ ਟੈਕਨੀਕ ਬਦਲ ਗਈ, ਜੋ ਸਾਨੂੰ ਸਿਖਾਇਆ ਜਾਂਦਾ ਸੀ ਉਹ ਹੁਣ ਨਹੀਂ ਸਿਖਾਇਆ ਜਾਂਦਾ, ਨਵੇਂ ਤਰੀਕੇ ਨਾਲ ਸਿਖਾਉਂਦੇ ਨੇ। ਮੰਨਦੇ ਆ ਯਾਰ ਸਾਨੂੰ ਨਹੀਂ ਆਉਂਦਾ, ਆਪਾਂ ਖੁਦ ਕਹੀਦਾ ਯਾਰ ਨਹੀਂ ਮੈਂ ਨਹੀਂ ਆਪਣੇ ਟਾਈਮ ਤੇ ਆ ਚੀਜ਼ ਪੜ੍ਹੀ ਤੇ ਨਾ ਮੈਨੂੰ ਆਉਂਦੀ ਹੈ ਤੇ ਮੈਨੂੰ ਸਿਖਾਓ, ਹੈ ਨਾ। ਅਗਰ ਛੋਟਾ ਬੱਚਾ ਆਉਂਦਾ ਕਿ ਮੈਨੂੰ ਸਿਖਾਓ। ਹੁਣ ਕਈ ਇੱਥੇ ਵੀ ਆਪਣਾ ਈਗੋ ਲੈ ਆਉਂਦੇ, ਯਾਰ ਅਸੀਂ ਗ੍ਰੈਜੂਏਸ਼ਨ ਕੀਤੀ ਹੈ, ਗ੍ਰੈਜੂਏਟ ਆ, ਅਸੀਂ ਕਾਹਤੇ ਕਰੀਏ ਨਾ, ਛੋਟੇ ਛੋਟੇ ਬੱਚਿਆਂ ਕੋਲ ਸਿੱਖੀਏ ਕੁਝ ਵੀ ਆ। ਉੱਥੇ ਹੀ ਫਿਰ ਗੱਲ ਮੁੜ ਕੇ ਆ ਜਾਂਦੀ ਹੈ ਕਿ ਜੇ ਸਾਨੂੰ ਕੋਈ ਸਿਖਾਉਂਦਾ ਹੈ, ਜਿਵੇਂ ਕਿ ਤੁਸੀਂ ਆਪਣੀ ਗੱਲ ਕੀਤੀ ਸੀ ਕਿ ਮੇਰਾ ਬੀ ਔਰ ਵਰਡ ਹੈ ਨਾ, ਤੇ ਹੁਣ ਮੇਰੀ ਵੀ ਪੰਜਾਬੀ ਦੇ ਬਹੁਤ ਲੋਕ ਕਹਿੰਦੇ ਸੀ, ਮੇਰੇ ਆਪਣੇ ਹੀ ਰਿਲੇਟਿਵਸ ਬਹੁਤ ਕਹਿੰਦੇ ਸੀ ਜਿਹੜੇ ਪਰਫੈਕਟ ਹੈ ਪੰਜਾਬੀ। ਮੈਨੂੰ ਵੀ ਕਿਤੇ ਨਾ ਕਿਤੇ ਹੋਣ ਲੱਗ ਗਿਆ ਸੀ ਯਾਰ ਮੈਂ ਸ਼ਹਿਰ 'ਚ ਰਹਿਣ ਵਾਲੀ, ਮੈਨੂੰ ਬੋਲ ਲੈਣ ਤੋਂ ਜਿੱਦਾਂ ਬੋਲਦੇ ਨਾ। ਬਟ ਅੱਜ ਉਹ ਮਤਲਬ ਕਹਿਣ ਦਾ ਮਤਲਬ ਇਹ ਕਿ ਭਵਿੱਖਬਾਣੀ ਉਹਨਾਂ ਨੇ ਪਹਿਲਾਂ ਹੀ ਕੀਤੀ ਸੀ ਕਿ ਤੇਰਾ ਆ ਸਹੀ ਨਹੀਂ ਹੈ, ਤੂੰ ਸਹੀ ਕਰ ਲੈ। ਬਟ ਅੱਜ ਮੇਰੀ ਜ਼ਿੰਦਗੀ ਦੇ ਵਿੱਚ ਉਹ ਟਾਈਮ ਆਇਆ ਜਦੋਂ ਮੈਨੂੰ ਆਹ ਚੀਜ਼ਾਂ ਸੁਧਾਰਨੀਆਂ ਪਈਆਂ, ਹਨਾ। ਤੇ ਉਹ ਮੈਨੂੰ ਅੱਜ ਉਹ ਲੋਕ ਕਹਿ ਰਹੇ ਨੇ ਕਿ ਦੇਖ ਲਾ ਸੀ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਬਟ ਤੂੰ ਹੀ ਨਹੀਂ ਮੰਨਦੀ ਸੀ ਨਾ। ਫਿਰ ਮੈਨੂੰ ਵੀ ਥੋੜਾ ਫੀਲ ਹੋਇਆ, ਫਿਰ ਮੈਂ ਆਪਣੀ ਗਲਤੀ ਵੀ ਮੰਨੀ ਕਿ ਹਾਂਜੀ ਮੈਂ ਮੰਨਦੀ ਹਾਂ ਕਿ ਚਲੋ ਮੈਂ ਉਦੋਂ ਨਹੀਂ ਮੰਨਿਆ ਕਿਉਂਕਿ ਮੈਨੂੰ ਨਹੀਂ ਪਤਾ ਸੀ ਕਿ ਇਹ ਚੀਜ਼ ਮੇਰੀ ਲਾਈਫ ਦੇ ਵਿੱਚ ਕਦੋਂ ਕੰਮ ਆ ਸਕਦੀ ਹੈ। ਉਹੀ ਨਾ, ਫਿਰ ਉਹ ਇੱਕ ਦਿਨ ਮੇਰੇ ਕੰਮ ਆਈ ਤੇ ਮੈਨੂੰ ਉੱਤੇ ਕੰਮ ਕਰਨਾ ਪਿਆ ਤੇ ਹੁਣ ਮਿਹਨਤ ਕਰਨੀ ਪਈ। ਦੇਖੋ ਨਾ, ਜਿੱਦਾਂ ਕਈ ਵਾਰੀ ਲੋਕ ਤੁਹਾਨੂੰ ਜਦੋਂ ਸਿਖਾਉਂਦੇ ਨਾ ਤੁਹਾਨੂੰ ਨੀਵਾਂ ਦਿਖਾਉਂਦੇ ਆ, ਕਈ ਵਾਰੀ ਤੁਹਾਨੂੰ ਉਹ ਵਧੀਆ ਤਰੀਕੇ ਨਾਲ ਸਿਖਾਉਂਦੇ ਆ। ਤੁਸੀਂ ਕਿਹਾ ਕਿ ਕਈ ਵਾਰੀ ਸਕੂਲ ਦੇ ਜਿਹੜੇ ਸਟੂਡੈਂਟਸ ਹੁੰਦੇ ਆ ਸਾਨੂੰ ਕਿੰਨਾ ਕੁਝ ਸਿਖਾ ਦਿੰਦੇ। ਮੈਨੂੰ ਇੱਕ ਪ੍ਰੋਫੈਸਰ ਮਿਲੇ ਔਰ ਉਸ ਪ੍ਰੋਫੈਸਰ ਤੋਂ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਕੁਝ ਸਿੱਖਿਆ। ਕੁਝ ਹੁੰਦੇ ਨਾ ਖਾਸ ਲੋਕ ਤੁਹਾਡੀ ਜ਼ਿੰਦਗੀ 'ਚ ਤੁਹਾਨੂੰ ਬੜਾ ਕੁਝ ਸਿਖਾ ਜਾਂਦੇ ਆ, ਉਹਨਾਂ 'ਚੋਂ ਉਹ ਨੇ ਉਹ PhD ਨੇ, ਇੰਗਲਿਸ਼ ਦੇ ਵਿੱਚ ਪਰਫੈਕਟ ਨੇ, ਪੰਜਾਬੀ ਦੇ ਵਿੱਚ ਪਰਫੈਕਟ ਨੇ, ਮਤਲਬ ਬੁੱਕਸ ਪੜ੍ਹਨੀਆਂ, ਉਹਨਾਂ ਨੂੰ ਟਰਾਂਸਲੇਸ਼ਨਸ ਕਰਨੀ। ਓਬਵੀਅਸਲੀ PhD ਰਿਟਾਇਰਡ ਪ੍ਰਿੰਸੀਪਲ ਰਹੇ ਆ ਤਾਂ ਬਹੁਤ ਹੈ ਨਾ ਉਹਨਾਂ ਦੀ ਐਜੂਕੇਸ਼ਨ ਹਾਇਰ ਹੋਊਗੀ। ਤੇ ਪਰ ਉਹਨਾਂ ਨੇ ਇੱਕ ਗੱਲ ਮੈਨੂੰ ਕਹੀ, ਕਹਿੰਦੇ ਪੁੱਤਰ ਮੈਂ ਬੜਾ ਕੁਝ ਕਰ ਲਿਆ ਪਰ ਮੈਂ ਕੰਪਿਊਟਰ ਦੇ ਮਾਮਲੇ 'ਚ ਅੱਜ ਵੀ ਨਲਾਇਕ ਆ। ਉਹ ਰਿਟਾਇਰਡ ਹੋ ਚੁੱਕੇ ਨੇ, ਰਿਟਾਇਰਡ ਪ੍ਰਿੰਸੀਪਲ ਨੇ, PhD ਨੇ। ਇਹ ਗੱਲ ਮੈਂ ਤਾਂ ਦੁਬਾਰਾ ਦੁਹਰਾ ਰਹੀ ਹਾਂ, ਉਹ ਅੱਜ ਦੀ ਤਰੀਕ 'ਚ ਵੀ ਇਹ ਮੈਨੂੰ ਕਹਿੰਦੇ ਨੇ ਕਿ ਮੈਂ ਕੰਪਿਊਟਰ ਦੇ ਮਾਮਲੇ 'ਚ ਨਲਾਇਕ ਹਾਂ ਤਾਂ ਮੈਂ ਕੰਪਿਊਟਰ ਤੇ ਪੰਜਾਬੀ ਦੀ ਟਾਈਪਿੰਗ ਸਿੱਖਣੀ ਆ। ਸੋ ਸਿੱਖਣ ਦੀ ਕੋਈ ਉਮਰ ਨਹੀਂ ਆ। ਸਿਖਾਉਣ ਲੱਗਿਆ ਕਿਸੇ ਦੀ ਇਨਸਲਟ ਨਾ ਕਰੀਏ। ਜੇ ਕੋਈ ਸਿਖਾਉਂਦਾ ਆ ਸਾਨੂੰ ਦੱਸਦਾ ਆ ਅਸੀਂ ਕਿਤੇ ਗਲਤ ਆ ਤੇ ਉਸ ਹੁਣ ਦੇਖ ਲਓ ਗੱਗੇ ਪੈਰ ਬਿੰਦੀ ਹੁੰਦੀ ਆ, ਅਸੀਂ ਤਾਂ ਗਲਤ ਨੂੰ ਹੀ ਗਲਤ ਪ੍ਰੋਨਾਉਂਸ ਕਰਦੇ ਆ, ਹਨਾ। ਗੱਗੇ ਪੈਰ ਬਿੰਦੀ ਹੁੰਦੀ ਆ, ਅਸੀਂ ਬੋਲ ਚਾਲ 'ਚ ਗਲਤ ਕਹਿੰਦੇ ਆ, ਅਸੀਂ ਤਾਂ ਅੱਜ ਤੱਕ ਗਲਤ ਨੂੰ ਹੀ ਗਲਤ ਪ੍ਰੋਨਾਉਂਸ ਕਰੀ ਗਏ। ਦੇਖੋ ਆ ਵੀ ਸਾਡੀ ਗਲਤੀ ਹੈ ਤੇ ਅਸੀਂ ਬਹੁਤ ਸਾਰੀਆਂ ਗਲਤੀਆਂ ਅਸੀਂ ਰੋਜ਼ਾਨਾ ਕਰ ਬੈਠਦੇ ਹਾਂ ਤੇ ਮੈਨੂੰ ਲੱਗਦਾ ਕਈ ਵਾਰ ਸਾਨੂੰ ਨਹੀਂ ਪਤਾ ਚੱਲਦਾ ਪਰ ਸਾਡੇ ਦਰਸ਼ਕਾਂ ਨੂੰ ਜ਼ਰੂਰ ਪਤਾ ਲੱਗ ਜਾਂਦਾ ਕਿ ਅਸੀਂ ਕਿੱਥੇ ਸਹੀ ਹਾਂ ਤੇ ਕਿੱਥੇ ਗਲਤ ਹਾਂ। ਸੋ ਹੁਣ ਵੇਲਾ ਹੋ ਚੁੱਕਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਅਗਲੀ ਵਾਰ ਫਿਰ ਅਸੀਂ ਆਵਾਂਗੇ ਹਾਜ਼ਰ ਜਵਾਬ ਪ੍ਰੋਗਰਾਮ ਦੇ ਵਿੱਚ। ਫਿਲਹਾਲ ਅੱਜ ਦੇ ਲਈ ਸਾਨੂੰ ਦਿਓ ਆਗਿਆ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ।